ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਬੀਰ ਕੌਰ। ਪੰਜਵੀਂ ਜਮਾਤ ਦਾ ਆਨਲਾਈਨ ਕਲਾਸਾਂ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਪੰਜਵੀਂ ਜਮਾਤ ਦਾ ਪਾਠ ਨੰਬਰ 2 ਗੱਤਕਾ ਕਰਾਂਗੇ। ਸੋ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਪਿਆਰੇ ਵਿਦਿਆਰਥੀਆਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਸਾਰੇ ਵਿਦਿਆਰਥੀਆਂ ਨੇ ਗੱਤਕਾ ਖੇਡ ਜਿਹੜੀ ਹੈ ਉਹ ਵੇਖੀ ਹੋਈ ਹੈ। ਜ਼ਰੂਰ ਵੇਖੀ ਹੋਏਗੀ। ਜਦੋਂ ਅਸੀਂ ਨਗਰ ਕੀਰਤਨ ਦੇਖਦੇ ਹਾਂ ਉਸ ਦੇ ਵਿੱਚ ਵੀ ਗੱਤਕਾ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਗੱਤਕਾ ਇੱਕ ਜੰਗੀ ਹੁਨਰ ਹੈ। ਜਦੋਂ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿਦਿਅਕ ਮੁਕਾਬਲੇ ਕਰਵਾਏ ਜਾਂਦੇ ਨੇ ਉਸ ਵਿੱਚ ਵੀ ਗੱਤਕਾ ਦੇ ਮੁਕਾਬਲੇ ਹੁੰਦੇ ਨੇ। ਕੁੜੀਆਂ ਤੇ ਮੁੰਡਿਆਂ ਦੇ ਵੱਖ-ਵੱਖ ਮੁਕਾਬਲੇ ਹੁੰਦੇ ਨੇ। ਇਸ ਨੂੰ ਹੋਰ ਵਧੀਆ ਸਮਝਣ ਦੇ ਲਈ ਆਓ ਅਸੀਂ ਦੇਖਦੇ ਹਾਂ ਇਹ ਕੰਟੈਂਟ ਤੇ ਕਿ ਗੱਤਕਾ ਹੈ ਕੀ। ਗੱਤਕਾ ਗੱਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ। ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ। ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ, ਉਵੇਂ ਹੀ ਪੰਜਾਬੀਆਂ ਦਾ ਗੱਤਕਾ ਵੀ ਬਚਾਅ ਵਾਲੀ ਖੇਡ ਹੈ। ਗੱਤਕਾ ਗਦਾ ਯੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। ਅੱਜ ਕੱਲ੍ਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਅਧੀਨ ਮੁੰਡਿਆਂ ਅਤੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਨੇ ਗਦਾ ਯੁੱਧ ਦਾ ਮਾਹਰ ਬਣਨਾ ਹੈ ਉਹ ਪਹਿਲਾਂ ਗੱਤਕਾ ਖੇਡਣਾ ਸਿੱਖੇ। ਗੱਤਕੇ ਦੀ ਸਿਖਲਾਈ ਡੰਡੇ, ਸੋਟੀਆਂ ਤੋਂ ਸ਼ੁਰੂ ਹੋ ਕੇ ਤਲਵਾਰਾਂ ਚਲਾਉਣ ਤੱਕ ਹੈ। ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਰੂਪ ਹੈ। ਗੱਤਕੇ ਵਿੱਚ ਮੁੱਢਲੇ ਤੌਰ ਉੱਤੇ 3.5 ਹੱਥ ਲੰਮਾ ਡੰਡਾ ਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗੱਤਕਾ ਅਤੇ ਖੱਬੇ ਹੱਥ ਵਿੱਚ ਫਰੀ ਛੋਟੀ ਢਾਲ ਲੈ ਕੇ ਦੋ ਜਣੇ ਆਪੋ ਵਿੱਚ ਖੇਡਦੇ ਹਨ। ਫਾਰਸੀ ਸ਼ਬਦ ਖੁਦਕਾ ਪੰਜਾਬੀਆਂ ਤੇ ਮੂੰਹ ਚੜ੍ਹ ਕੇ ਗੱਤਕਾ ਬਣਿਆ ਹੈ। ਕੁਸ਼ਤੀ ਵਾਂਗ ਇਸ ਖੇਡ ਦੇ ਵੀ ਉਸਤਾਦੀ ਸ਼ਾਗਿਰਦੀ ਚੱਲਦੀ ਹੈ। ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਉਸਤਾਦਾਂ ਕੋਲ ਲਿਜਾਂਦੇ ਹਨ। ਉਸਤਾਦ ਕੁਝ ਰਸਮਾਂ ਕਰਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ। ਭੁਜੰਗੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਚਾਲ ਚੱਲਣ ਨੇਕ ਰੱਖਣਾ ਹੈ। ਬੱਚੇ, ਬਜ਼ੁਰਗ, ਔਰਤ ਅਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ, ਸਗੋਂ ਉਹਨਾਂ ਦੀ ਢਾਲ ਬਣਨਾ ਹੈ। ਸਾਦੀ ਅਤੇ ਸ਼ੁੱਧ ਖੁਰਾਕ ਖਾਣੀ ਹੈ। ਕੋਈ ਨਸ਼ਾ ਨਹੀਂ ਕਰਨਾ। ਖੇਡ ਸਿਖਲਾਈ ਦੇ ਅਮਲੀ ਦੌਰ ਵਿੱਚ ਪਹਿਲਾਂ ਜੁੱਸੇ ਗਰਮਾਏ ਜਾਂਦੇ ਹਨ। ਇਹਦੇ ਲਈ ਡੰਡ ਬੈਠਕਾਂ ਤੇ ਅਖਾੜੇ ਦੁਆਲੇ ਦੌੜਾਂ ਲਾਉਣ ਦਾ ਅਭਿਆਸ ਹੁੰਦਾ ਹੈ। ਫਿਰ ਹਥਿਆਰਾਂ ਨੂੰ ਨਮਸਕਾਰ ਕਰਕੇ ਹਥਿਆਰ ਹੱਥ ਵਿੱਚ ਫੜਨ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ ਪੇਚ ਸਿਖਾਏ ਜਾਂਦੇ ਹਨ। ਮੁਕਾਬਲੇ ਇਕੱਲੇ ਦੇ ਵੀ ਹੁੰਦੇ ਹਨ ਅਤੇ ਟੋਲੀਆਂ ਵਿਚਕਾਰ ਵੀ ਹੁੰਦੇ ਹਨ। ਪਹਿਲਾਂ ਪਹਿਲ ਆਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ। ਹੋਲੇ ਮੁਹੱਲੇ ਸਮੇਂ ਗੱਤਕੇ ਦੇ ਵੱਡੀ ਪੱਧਰ ਤੇ ਮੁਕਾਬਲੇ ਹੁੰਦੇ ਸਨ। ਬੀਤੇ ਸਮੇਂ ਵਿੱਚ ਇਸ ਖੇਡ ਦਾ ਇੱਕ ਫਾਇਦਾ ਇਹ ਸੀ ਕਿ ਚੰਗੀ ਖੇਡ ਵਿਖਾਉਣ ਵਾਲੇ ਜਵਾਨਾਂ ਨੂੰ ਸਿੱਧਾ ਹੀ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਸੀ।
ਜਰਨੈਲ ਹਰੀ ਸਿੰਘ ਨਲੂਆ ਇੰਜ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀ ਚੜ੍ਹਿਆ ਸੀ। ਅੱਜ ਕੱਲ੍ਹ ਕੁਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਹੁਨਰ ਪਹਿਲਾਂ ਮਰਦਾਂ ਤੱਕ ਹੀ ਸੀਮਿਤ ਸੀ, ਹੁਣ ਔਰਤਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ। ਇਹ ਖੇਡ ਹੁਣ ਨਗਰ ਕੀਰਤਨਾਂ ਅਤੇ ਖਾਸ ਖੇਡ ਸਮਾਗਮਾਂ ਵਿੱਚ ਵੀ ਖੇਡੀ ਜਾਂਦੀ ਹੈ। ਕਦੇ-ਕਦੇ ਕੋਈ ਗੱਤਕਾਬਾਜ਼ ਕਿਸੇ ਪੇਂਡੂ ਖੇਡ ਮੇਲੇ ਵਿੱਚ ਆਪਣੀ ਖੇਡ ਦੇ ਜੌਹਰ ਵਿਖਾ ਦਿੰਦਾ ਹੈ ਤੇ ਦਰਸ਼ਕ ਵਿਸਰ ਰਹੀ ਖੇਡ ਦਾ ਆਨੰਦ ਮਾਣ ਲੈਂਦੇ ਹਨ। ਅੰਤ ਵਿੱਚ ਇਸ ਖੇਡ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ ਖਾਸ ਸੀ। ਥਲ ਰਾਹੀਂ ਆਉਂਦੇ ਹਮਲਾਵਰ ਇੱਥੋਂ ਲੰਘਦੇ ਰਹੇ ਹਨ। ਇਸ ਕਾਰਨ ਆਤਮ ਸੁਰੱਖਿਆ ਹਰੇਕ ਦੀ ਲੋੜ ਬਣ ਗਈ। ਵਿਰੋਧੀ ਦਾ ਮੁਕਾਬਲਾ ਕਰਨ ਲਈ ਸਾਰਿਆਂ ਨੂੰ ਤਿਆਰ ਰਹਿਣਾ ਪੈਂਦਾ ਸੀ। ਗੱਤਕੇ ਦੀ ਖੇਡ ਇਸ ਲੋੜ ਵਿੱਚੋਂ ਹੀ ਪੈਦਾ ਹੋਈ। ਬਹੁਤ ਵਧੀਆ ਬੱਚੇ, ਹੁਣ ਅਸੀਂ ਤੁਹਾਨੂੰ ਗੱਤਕਾ ਪਾਠ ਬਾਰੇ ਡਿਟੇਲ ਵਿੱਚ ਦੱਸਾਂਗੇ। ਗੱਤਕਾ ਪਾਠ ਵਿੱਚ ਹੈ ਕੀ? ਗੱਤਕਾ ਪਾਠ ਤੁਹਾਡੀ ਪੰਜਾਬੀ ਦੀ ਕਿਤਾਬ ਦਾ ਦੂਸਰਾ ਪਾਠ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ, ਗੱਤਕਾ ਪਾਠ ਜੋ ਹੈ ਉਹ ਤੁਹਾਡੀ ਪੰਜਾਬੀ ਪਾਠ ਪੁਸਤਕ ਦੇ ਵਿੱਚ ਦੂਸਰਾ ਪਾਠ ਹੈ। ਹੁਣ ਅਸੀਂ ਇਸ ਪਾਠ ਨੂੰ ਪੜ੍ਹਨਾ ਹੈ, ਇਸ ਨੂੰ ਰੀਡ ਕਰਨਾ ਹੈ। ਗੱਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ। ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ। ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ, ਉਵੇਂ ਪੰਜਾਬੀਆਂ ਦਾ ਗੱਤਕਾ ਵੀ ਬਚਾਅ ਵਾਲੀ ਖੇਡ ਹੈ। ਗੱਤਕਾ ਗਦਾ ਯੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। ਅੱਜ ਕੱਲ੍ਹ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਅਧੀਨ ਗੱਤਕਾ ਖੇਡ ਦੇ ਮੁੰਡਿਆਂ ਅਤੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਨੇ ਗਦਾ ਯੁੱਧ ਦਾ ਮਾਹਰ ਬਣਨਾ ਹੈ, ਉਹ ਪਹਿਲਾਂ ਗੱਤਕਾ ਖੇਡਣਾ ਸਿੱਖੇ। ਗੱਤਕੇ ਦੀ ਸਿਖਲਾਈ ਡੰਡੇ, ਸੋਟੀਆਂ ਤੋਂ ਸ਼ੁਰੂ ਹੋ ਕੇ ਤਲਵਾਰਾਂ ਚਲਾਉਣ ਤੱਕ ਹੈ। ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਰੂਪ ਹੈ। ਗੱਤਕੇ ਵਿੱਚ ਮੁੱਢਲੇ ਤੌਰ ਉੱਤੇ 3.5 ਹੱਥ ਲੰਮਾ ਡੰਡਾ ਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗੱਤਕਾ ਤੇ ਖੱਬੇ ਹੱਥ ਵਿੱਚ ਫਰੀ ਛੋਟੀ ਢਾਲ ਲੈ ਕੇ ਦੋ ਜਣੇ ਆਪੋ ਵਿੱਚ ਖੇਡਦੇ ਹਨ। ਇਸ ਤਰ੍ਹਾਂ ਇਸ ਪਾਠ ਨੂੰ ਤੁਸੀਂ ਪੂਰਾ ਦਾ ਪੂਰਾ ਪੜ੍ਹਨਾ ਹੈ ਤੇ ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ, ਜਿਸ ਵਿੱਚ ਸਭ ਤੋਂ ਪਹਿਲਾ ਹੈ ਜੰਗੀ ਹੁਨਰ। ਜੰਗੀ ਹੁਨਰ ਹੁੰਦਾ ਹੈ ਯੁੱਧ ਦੀ ਮੁਹਾਰਤ। ਸਵੈ ਰੱਖਿਆ, ਆਪਣੀ ਰੱਖਿਆ ਆਪ ਕਰਨਾ। ਗਦਾ ਯੁੱਧ, ਗੁਰਜ ਨਾਲ ਕੀਤਾ ਜਾਣ ਵਾਲਾ ਯੁੱਧ। ਯੂਨੀਵਰਸਿਟੀਆਂ, ਜਿੱਥੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਜਾਂਦੀ ਹੈ। ਬੇਟੇ ਜਦੋਂ ਤੁਸੀਂ ਸਕੂਲ ਵਿੱਚ ਪੜ੍ਹ ਲੈਂਦੇ ਹੋ ਤਾਂ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਤੁਸੀਂ ਕਾਲਜ ਤੇ ਯੂਨੀਵਰਸਿਟੀ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਜਾਂਦੇ ਹੋ। ਫਰੀ ਛੋਟੀ ਢਾਲ, ਉਸਤਾਦ ਸਿਖਾਉਣ ਵਾਲਾ ਜਾਂ ਅਧਿਆਪਕ। ਅਸੀਂ ਅਧਿਆਪਕ ਕਹਿ ਦਿੰਦੇ ਹਾਂ, ਜਿਵੇਂ ਮੈਂ ਤੁਹਾਡੀ ਉਸਤਾਦ ਹਾਂ। ਸ਼ਾਗਿਰਦ ਹੁੰਦਾ ਸਿੱਖਣ ਵਾਲਾ, ਸਿਖਿਆਰਥੀ, ਵਿਦਿਆਰਥੀ। ਜਿਵੇਂ ਤੁਸੀਂ ਮੇਰੇ ਵਿਦਿਆਰਥੀ ਹੋ, ਮੈਂ ਤੁਹਾਡੀ ਉਸਤਾਦ ਹਾਂ ਤੇ ਤੁਸੀਂ ਮੇਰੇ ਸ਼ਾਗਿਰਦ ਹੋ। ਸਾਰੇ ਬੱਚਿਆਂ ਨੂੰ ਪਤਾ ਲੱਗ ਗਿਆ? ਉਸ ਤੋਂ ਬਾਅਦ ਹੈ ਅਖਾੜੇ, ਅਭਿਆਸ ਕਰਨ ਦਾ ਸਥਾਨ। ਭੁਜੰਗੀ, ਗੱਤਕੇ ਦਾ ਸਿਖਿਆਰਥੀ। ਪੈਂਤੜਾ ਲੈਣਾ, ਹਾਲਾਤ ਅਨੁਸਾਰ ਆਪਣੀ ਸਥਿਤੀ ਨਿਰਧਾਰਿਤ ਕਰਨਾ। ਨਜ਼ਰੀ ਚੜ੍ਹਨਾ, ਧਿਆਨ ਵਿੱਚ ਆਉਣਾ। ਹਰਮਨ ਪਿਆਰੀ, ਹਰ ਇੱਕ ਦੇ ਮਨ ਨੂੰ ਭਾਉਣ ਵਾਲੀ। ਚਾਲ ਚਲਨ, ਚਰਿੱਤਰ। ਨਿਤਾਣੇ, ਕਮਜ਼ੋਰ। ਜੁੱਸੇ, ਸ਼ਰੀਰ। ਜੌਹਰ, ਕਮਾਲ,
ਪਿਛੋਕੜ, ਇਤਿਹਾਸ, ਭੂਗੋਲਿਕ, ਧਰਤੀ ਉੱਤੇ ਸਥਿਤੀ ਦੇ ਅਨੁਸਾਰ। ਦੂਸਰੇ ਪਾਸੇ ਵੱਲ ਚੱਲਦੇ ਹਾਂ, ਨੇਕ, ਚੰਗਾ, ਢਾਲ ਬਣਨਾ, ਰੱਖਿਆ ਕਰਨੀ, ਦਾ ਪੇਚ, ਢੰਗ ਤਰੀਕੇ, ਵਿਸਰ ਰਹੀ, ਗੁਆਚ ਰਹੀ, ਥਲ, ਜ਼ਮੀਨ, ਆਤਮ ਸੁਰੱਖਿਆ, ਆਪਣੀ ਰੱਖਿਆ। ਇਸ ਪਾਠ ਵਿੱਚ ਹੋਰ ਯਾਦ ਰੱਖਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਸ ਨੂੰ ਧਿਆਨ ਨਾਲ ਸੁਣੋ। ਗੱਤਕੇ ਦੀ ਸ਼ੁਰੂਆਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਹੋਈ। ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ। ਗੱਤਕਾ ਸਿੱਖਣ ਵਾਲੇ ਨੂੰ ਭੁਜੰਗੀ ਕਿਹਾ ਜਾਂਦਾ ਹੈ। ਗੱਤਕੇ ਦੀ ਲੋੜ ਆਤਮ ਸੁਰੱਖਿਆ ਕਾਰਨ ਹੋਂਦ ਵਿੱਚ ਆਈ। ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਹੋਇਆ ਰੂਪ ਹੈ। ਬੱਚੇ ਤੁਸੀਂ ਇਸ ਨੂੰ ਆਪਣੀ ਕਾਪੀ ਦੇ ਵਿੱਚ ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਅੱਗੇ ਹੈ ਜ਼ਬਾਨੀ ਪ੍ਰਸ਼ਨ ਉੱਤਰ। ਇਹਨਾਂ ਦੇ ਤੁਸੀਂ ਉੱਤਰ ਦੇਣੇ ਨੇ ਕਿਉਂਕਿ ਤੁਸੀਂ ਸਾਰਾ ਦਾ ਸਾਰਾ ਜਿਹੜਾ ਪਾਠ ਹੈ ਉਹ ਪੜ੍ਹਿਆ ਹੈ ਤੇ ਹੁਣ ਤੁਸੀਂ ਇਸ ਦੇ ਜ਼ਬਾਨੀ ਉੱਤਰ ਦੇਣੇ ਹਨ। ਜਿਸ ਤਰ੍ਹਾਂ ਸਭ ਤੋਂ ਪਹਿਲਾ ਹੈ, ਤੁਸੀਂ ਗੱਤਕਾ ਖੇਡਦਿਆਂ ਕਿਸ ਨੂੰ ਅਤੇ ਕਿੱਥੇ-ਕਿੱਥੇ ਵੇਖਿਆ ਹੈ? ਪਹਿਲਾ ਪਾਠ ਹੈ, ਪਹਿਲਾ ਪ੍ਰਸ਼ਨ ਹੈ, ਤੁਸੀਂ ਗੱਤਕਾ ਖੇਡਦਿਆਂ ਕਿਸ ਨੂੰ ਅਤੇ ਕਿੱਥੇ-ਕਿੱਥੇ ਵੇਖਿਆ ਹੈ? ਅਸੀਂ ਕਿਸ ਨੂੰ ਦੇਖਿਆ? ਜਿਵੇਂ ਮੈਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਨਿਹੰਗ ਸਿੰਘਾਂ ਨੂੰ ਵੇਖਿਆ ਹੋਵੇਗਾ ਔਰ ਨਿਹੰਗ ਸਿੰਘਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਗੱਤਕਾ ਖੇਡਦਿਆਂ ਵੇਖਿਆ ਹੋਵੇਗਾ। ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ, ਇਹ ਖੇਡ ਹੁਣ ਕਿਹੜੇ-ਕਿਹੜੇ ਮੁਕਾਬਲਿਆਂ ਵਿੱਚ ਸ਼ਾਮਲ ਹੈ? ਇਹ ਖੇਡ ਹੁਣ ਕਿਹੜੇ-ਕਿਹੜੇ ਮੁਕਾਬਲਿਆਂ ਵਿੱਚ ਸ਼ਾਮਲ ਹੈ? ਇਹ ਖੇਡ ਹੁਣ ਵਿਦਿਅਕ ਮੁਕਾਬਲਿਆਂ ਵਿੱਚ ਸ਼ਾਮਲ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਦੋਂ ਵਿਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਉੱਥੇ ਕੁੜੀਆਂ ਅਤੇ ਮੁੰਡਿਆਂ ਦੇ ਵੱਖੋ-ਵੱਖ ਗੱਤਕਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਸ ਤੋਂ ਬਾਅਦ ਹੈ, ਗੱਤਕਾ ਖੇਡ ਓਲੰਪਿਕ ਦੀ ਕਿਹੜੀ ਖੇਡ ਦਾ ਸੁਧਰਿਆ ਹੋਇਆ ਰੂਪ ਹੈ? ਗੱਤਕਾ ਖੇਡ ਓਲੰਪਿਕ ਖੇਡ ਦਾ ਕਿਹੜਾ ਸੁਧਰਿਆ ਹੋਇਆ ਰੂਪ ਹੈ? ਫੈਂਸਿੰਗ ਦਾ, ਜਿਵੇਂ ਕਿ ਅਸੀਂ ਪਾਠ ਵਿੱਚ ਪੜ੍ਹਿਆ ਹੈ, ਫੈਂਸਿੰਗ ਦਾ ਸੁਧਰਿਆ ਹੋਇਆ ਰੂਪ ਹੈ ਗੱਤਕਾ ਖੇਡ। ਖੁੱਤਕਾ ਕਿਹੜੀ ਭਾਸ਼ਾ ਦਾ ਸ਼ਬਦ ਹੈ? ਇਹ ਅਸੀਂ ਜ਼ੁਬਾਨੀ ਪ੍ਰਸ਼ਨ ਨੇ ਜਿਹੜੇ ਅਸੀਂ ਕਰ ਰਹੇ ਹਾਂ। ਖੁੱਤਕਾ ਕਿਹੜੀ ਭਾਸ਼ਾ ਦਾ ਸ਼ਬਦ ਹੈ? ਖੁੱਤਕਾ ਜੋ ਹੈ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਉਸ ਤੋਂ ਬਾਅਦ ਸਾਡੇ ਪਾਠ ਦਾ ਅਭਿਆਸ ਹੈ ਜਿਸ ਦੀ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਇਹ ਅਸੀਂ ਲਿਖ ਕੇ ਲੈ ਕੇ ਆਉਣੇ ਨੇ। ਬੱਚੇ ਤੁਸੀਂ ਚੰਗੀ ਤਰ੍ਹਾਂ ਘਰ ਜਾ ਕੇ ਆਪਣਾ ਇਹ ਪਾਠ, ਆਪਣੇ ਘਰਾਂ 'ਚ ਬੈਠੇ ਹੋ ਤੁਸੀਂ ਹੁਣ, ਆਪਣਾ ਇਹ ਪਾਠ ਜਿਹੜਾ ਹੈ ਪੜ੍ਹ ਕੇ ਇਹਨਾਂ ਪ੍ਰਸ਼ਨਾਂ ਦੇ ਉੱਤਰ, ਕਿਉਂਕਿ ਮੈਂ ਹੁਣ ਲਿਖਵਾਉਣੇ ਨਹੀਂ ਇੱਥੇ ਇਸ ਪਾਠ ਦੇ ਵਿੱਚ, ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦੀ ਆ, ਤੁਸੀਂ ਲਿਖਣੇ ਨੇ। ਉਸ ਤੋਂ ਬਾਅਦ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਆਪਣੀਆਂ ਲਿਖਾਈਆਂ ਨੇ, ਜੋ ਵੀ ਤੁਸੀਂ ਲਿਖਿਆ ਹੈ, ਮੈਨੂੰ ਆਨਲਾਈਨ ਸੈਂਡ ਕਰਨਾ, ਅਸੀਂ ਉਸ ਨੂੰ ਚੈੱਕ ਕਰ ਲਵਾਂਗੇ। ਸੋ ਹੈ ਪਹਿਲਾ ਪ੍ਰਸ਼ਨ ਹੈ, ਗੱਤਕਾ ਖੇਡ ਹੋਂਦ ਵਿੱਚ ਕਿਉਂ ਆਈ ਤੇ ਇਹ ਕਿਸ ਕਿਸਮ ਦਾ ਹੁਨਰ ਹੈ? ਸੋ ਗੱਤਕਾ ਖੇਡ ਜੋ ਹੈ ਉਹ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੋਂਦ ਵਿੱਚ ਆਈ। ਬਾਹਰੋਂ ਆਉਂਦੇ ਹਮਲਾਵਰ ਇਸ ਵਿੱਚੋਂ ਲੰਘਦੇ ਰਹੇ, ਉਹਨਾਂ ਦਾ ਟਾਕਰਾ ਕਰਨ ਲਈ ਆਤਮ ਸੁਰੱਖਿਆ ਇੱਕ ਲੋੜ ਬਣ ਗਈ ਜਿਸ ਨੇ ਇਸ ਖੇਡ ਨੂੰ ਜਨਮ ਦਿੱਤਾ। ਇਹ ਇੱਕ ਜੰਗੀ ਹੁਨਰ ਹੈ। ਉਸ ਤੋਂ ਬਾਅਦ ਸਾਡਾ ਦੂਸਰਾ ਪ੍ਰਸ਼ਨ ਹੈ, ਗੱਤਕਾ ਖੇਡਣ ਸਮੇਂ ਕਿਹੜੇ-ਕਿਹੜੇ ਹਥਿਆਰ ਵਰਤੋਂ ਵਿੱਚ ਲਿਆਏ ਜਾਂਦੇ ਹਨ? ਗੱਤਕਾ ਖੇਡਣ ਸਮੇਂ ਕਿਹੜੇ-ਕਿਹੜੇ ਹਥਿਆਰ ਵਰਤੋਂ ਵਿੱਚ ਲਿਆਏ ਜਾਂਦੇ ਹਨ? ਸੋ ਬੱਚੇ ਇਸ ਦਾ ਜਵਾਬ ਹੈ, ਗੱਤਕਾ ਖੇਡਣ ਸਮੇਂ 3.5 ਹੱਥ ਲੰਬਾ ਇੱਕ ਡੰਡਾ ਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗੱਤਕਾ ਤੇ ਖੱਬੇ ਹੱਥ ਵਿੱਚ ਛੋਟੀ ਢਾਲ ਨੂੰ ਫੜ ਕੇ ਵਿਰੋਧੀ ਧਿਰ ਨਾਲ ਗੱਤਕਾ ਖੇਡਿਆ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਗੱਤਕੇ ਦਾ ਉਸਤਾਦ ਗੱਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਥੀ ਨੂੰ ਕੀ ਸਿੱਖਿਆ ਦਿੰਦਾ ਹੈ? ਸੋ ਇਸ ਦਾ ਜਵਾਬ ਹੈ ਕਿ ਗੱਤਕਾ ਸਿਖਾਉਣ ਤੋਂ ਪਹਿਲਾਂ ਉਸਤਾਦ ਸਿਖਿਆਰਥੀਆਂ ਨੂੰ ਆਪਣੇ ਚਾਲ ਚੱਲਣ ਨੂੰ ਨੇਕ ਰੱਖਣ ਦੀ ਸਿੱਖਿਆ ਦਿੰਦਾ ਹੈ ਤੇ ਕਹਿੰਦਾ ਹੈ ਕਿ ਬੱਚੇ, ਬਜ਼ੁਰਗ, ਔਰਤ ਤੇ ਨਿਆਣੇ ਉੱਤੇ ਵਾਰ ਨਹੀਂ ਕਰਨਾ, ਸਗੋਂ ਉਹਨਾਂ ਦੀ ਢਾਲ ਬਣਨਾ ਹੈ। ਉਹ ਉਹਨਾਂ ਨੂੰ ਸਾਦੀ ਤੇ ਸ਼ੁੱਧ ਖੁਰਾਕ ਖਾਣ ਤੇ ਨਸ਼ਿਆਂ ਤੋਂ ਬਚਣ ਦੀ ਵੀ ਸਿੱਖਿਆ ਦਿੰਦਾ ਹੈ। ਸੋ ਅਗਲਾ ਸਾਡਾ ਚੌਥਾ ਪ੍ਰਸ਼ਨ ਜੋ ਹੈ ਉਹ ਹੈ, ਗੱਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਦੀ ਤਿਆਰੀ ਕਰਦਾ ਹੈ?
ਸੋ ਇਸ ਦਾ ਜਵਾਬ ਹੈ ਗੱਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਖਿਡਾਰੀ ਆਪਣੇ ਸਰੀਰ ਨੂੰ ਗਰਮਾਉਂਦਾ ਹੈ, ਇਸ ਲਈ ਉਹ ਡੰਡ ਬੈਠਕਾਂ ਕੱਢਦਾ ਹੈ ਤੇ ਅਖਾੜੇ ਦੇ ਦੁਆਲੇ ਦੌੜਾ ਲਾਉਂਦਾ ਹੈ। ਫਿਰ ਉਹ ਹਥਿਆਰਾਂ ਨੂੰ ਨਮਸਕਾਰ ਕਰਦਾ ਹੈ ਅਤੇ ਉਸ ਤੋਂ ਬਾਅਦ ਹਥਿਆਰਾਂ ਨੂੰ ਹੱਥ ਵਿੱਚ ਫੜਦਾ ਹੈ ਤੇ ਗੱਤਕੇ ਦੇ ਅਖਾੜੇ ਵਿੱਚ ਆਉਂਦਾ ਹੈ। ਸੋ ਉਸ ਤੋਂ ਅਗਲਾ ਪ੍ਰਸ਼ਨ ਹੈ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਕਿਹੜੇ-ਕਿਹੜੇ ਹਨ? ਸੋ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਜਿਵੇਂ ਕਿ ਅਸੀਂ ਪਾਠ ਵਿੱਚ ਪੜ੍ਹਿਆ ਹੈ, ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗੱਤਕੇ ਦੀ ਖੇਡ ਦੇ ਮੁੱਖ ਕੇਂਦਰ ਰਹੇ ਹਨ। ਅੱਜ ਕੱਲ੍ਹ ਗੱਤਕੇ ਦੀ ਖੇਡ ਕਿੱਥੇ ਖੇਡੀ ਜਾਂਦੀ ਹੈ? ਅੱਜ ਕੱਲ੍ਹ ਗੱਤਕੇ ਦੀ ਖੇਡ ਕਿੱਥੇ ਖੇਡੀ ਜਾਂਦੀ ਹੈ? ਸੋ ਇਸ ਸਵਾਲ ਦਾ ਜੋ ਜਵਾਬ ਹੈ, ਇਸ ਪ੍ਰਸ਼ਨ ਦਾ ਜਵਾਬ ਹੈ ਅੱਜ ਕੱਲ੍ਹ ਗੱਤਕੇ ਦੀ ਖੇਡ ਨਗਰ ਕੀਰਤਨਾਂ ਅਤੇ ਖਾਸ ਖੇਡ ਸਮਾਗਮਾਂ ਵਿੱਚ ਹੀ ਖੇਡੀ ਜਾਂਦੀ ਹੈ। ਕਦੇ-ਕਦੇ ਕੋਈ ਗੱਤਕਾਬਾਜ਼ ਕਿਸੇ ਪੇਂਡੂ ਮੇਲੇ ਵਿੱਚ ਆਪਣੀ ਖੇਡ ਦੇ ਜੌਹਰ ਵਿਖਾ ਦਿੰਦਾ ਹੈ। ਉਂਝ ਇਹ ਨਿਹੰਗ ਸਿੰਘਾਂ ਦੀ ਹਰਮਨ ਪਿਆਰੀ ਖੇਡ ਹੈ। ਇਸ ਦੇ ਵਿੱਚ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਜਦੋਂ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਉਸ ਦੇ ਵਿੱਚ ਵੀ ਮੁਕਾਬਲਿਆਂ ਵਿੱਚ ਜਿਹੜੀ ਗੱਤਕਾ ਦੀ ਖੇਡ ਹੈ ਉਹ ਖੇਡੀ ਜਾਂਦੀ ਹੈ। ਉਸ ਤੋਂ ਬਾਅਦ ਅੱਗੇ ਖਾਲੀ ਥਾਵਾਂ ਨੇ ਇਸ ਪਾਠ ਦੀਆਂ। ਸੋ ਪਹਿਲੀ ਜਿਹੜੀ ਖਾਲੀ ਥਾਂ ਹੈ ਉਹ ਹੈ ਗੱਤਕਾ ਖਾਲੀ ਥਾਂ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। ਗਦਾ ਯੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। ਇਸ ਦੇ ਵਿੱਚ ਆਊਗਾ ਗਦਾ ਯੁੱਧ। ਦੂਸਰਾ ਹੈ ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਖਾਲੀ ਥਾਂ ਚੱਲਦੀ ਹੈ, ਉਸਤਾਦੀ ਤੇ ਸ਼ਾਗਿਰਦੀ ਚੱਲਦੀ ਹੈ। ਜਿਵੇਂ ਕੁਸ਼ਤੀ ਦੇ ਵਿੱਚ ਵੀ ਉਸਤਾਦ ਤੇ ਸ਼ਾਗਿਰਦ ਹੁੰਦੇ ਹਨ, ਉਸੇ ਤਰ੍ਹਾਂ ਇੱਥੇ ਵੀ ਉਸਤਾਦ ਤੇ ਸ਼ਾਗਿਰਦ ਹੁੰਦੇ ਹਨ। ਉਸ ਤੋਂ ਬਾਅਦ ਹੈ ਉਸਤਾਦਾਂ ਨੇ ਆਪਣੇ ਖਾਲੀ ਥਾਂ ਹੁੰਦੇ ਹਨ। ਉਸਤਾਦਾਂ ਦੇ ਆਪਣੇ ਕੀ ਹੁੰਦੇ ਹਨ? ਇਸ ਵਿੱਚ ਆਏਗਾ ਅਖਾੜੇ ਹੁੰਦੇ ਹਨ। ਅਗਲਾ ਹੈ ਜੀ ਉਸਤਾਦ ਕੁਝ ਰਸਮਾਂ ਕਰਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ। ਇਸ ਦੇ ਵਿੱਚ ਆਏਗਾ ਭੁਜੰਗੀ। ਠੀਕ ਹੈ। ਉਸ ਤੋਂ ਬਾਅਦ ਹੈਗਾ ਉਸਤਾਦ ਕੁਝ ਰਸਮਾਂ ਕਰਕੇ ਬੱਚੇ ਨੂੰ ਖਾਲੀ ਥਾਂ ਬਣਾਉਂਦੇ ਹਨ, ਭੁਜੰਗੀ ਬਣਾਉਂਦੇ ਹਨ। ਇਸ ਤੋਂ ਅਗਲਾ ਹੈ ਹਾਹਾ ਨੰਬਰ। ਹੁਣ ਖਾਲੀ ਥਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। ਔਰਤਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। ਉਸ ਤੋਂ ਬਾਅਦ ਹੈ ਖਾਲੀ ਥਾਂ ਕੀ ਇਹ ਹਰਮਨ ਪਿਆਰੀ ਖੇਡ ਹੈ? ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ। ਬੱਚੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਇਸ ਵਿੱਚ ਥੱਲੇ ਜਿਹੜੀਆਂ ਆਪਸ਼ਨਸ ਵੀ ਦਿੱਤੀਆਂ ਨੇ ਕਿ ਤੁਸੀਂ ਖਾਲੀ ਥਾਵਾਂ ਦੇ ਵਿੱਚ ਕੀ ਭਰਨਾ ਹੈ। ਸੋ ਜੇਕਰ ਤੁਸੀਂ ਪਾਠ ਨੂੰ ਧਿਆਨ ਨਾਲ ਪੜ੍ਹਿਆ ਹੈ ਤਾਂ ਤੁਸੀਂ ਇਹਨਾਂ ਵਿੱਚੋਂ ਆਪਸ਼ਨ ਸਾਰੇ ਦੇ ਸਾਰੇ ਸ਼ਬਦ ਦਿੱਤੇ ਨੇ ਥੱਲੇ, ਇਹ ਚੁਣ ਕੇ ਤਾਂ ਤੁਸੀਂ ਉਸ ਦੇ ਵਿੱਚ ਪੜ੍ਹ ਸਕਦੇ ਹੋ। ਇਸ ਤੋਂ ਬਾਅਦ ਸਾਡੇ ਕੋਲ ਹੈ ਇਸ ਪਾਠ ਦੇ ਵਿੱਚ ਆਮ ਨਾਉ ਤੇ ਖਾਸ ਨਾਉ। ਇਸ ਦੇ ਸਹੀ ਨਿਸ਼ਾਨ ਤੇ ਗੋਲਾ ਲਗਾਉਣਾ। ਸਾਡੇ ਅਪ੍ਰੈਲ ਮਹੀਨੇ ਦੇ ਸਿਲੇਬਸ ਦੇ ਵਿੱਚ ਨਾਉ ਵੀ ਹੈ। ਅਸੀਂ ਨਾਉ ਕਰਨ ਤੋਂ ਬਾਅਦ ਇਹ ਜਿਹੜਾ ਪ੍ਰਸ਼ਨ ਹੈ ਇਸ ਨੂੰ ਫਿਰ ਹੱਲ ਕਰਾਂਗੇ। तो उस तो बाद शब्द जोड़ ने जिहड़े असीं शुद्ध करके लिखने ने, ये सारे दे सारे शब्द जोड़ तुहाडे पाठ दे विच ही ने, ये तुसीं आप करना है। उस तो बाद है जी गतके दे बारे, जिन्ने भी गतके नाल जुड़े शब्द ने, जिस तरह असीं माइंड मैपिंग अपनी चौथी जमात दे विच भी करते रहे हैं, वो तुसीं पाठ पढ़ के चंगी तरह इसनूं भी करना है। सो इस तरह अगर तुसीं किसी समागम दे विच गतके दी खेड वेखी है तो उस बारे भी लिखना है। सो ये जिहड़ा है काम अज दे लई सिर्फ इन्ना ही। जेकर कल नूं तुहाडा कोई प्रश्न होएगा या कुछ इस पाठ संबंधी कुछ भी तुसीं पुछना होएगा तो वो असीं अगले पड़ाव विच गल करांगे। धन्नवाद जी।